ਦੈਂਤ ਅਤੇ ਸੁੰਦਰੀ ਕਹਾਣੀ। ਇੱਕ ਅਮੀਰ ਵਪਾਰੀ ਸੀ। ਉਸ ਦੀਆਂ 3 ਲੜਕੀਆਂ ਸਨ। ਉਹ ਸਾਰੀਆਂ ਦੇਖਣ ਵਿੱਚ ਸੁੰਦਰ ਸਨ ਪਰ ਸਾਰੀਆਂ ਤੋਂ ਛੋਟੀ ਲਾਜਵਾਬ ਸੀ। ਉਸ ਦੇ ਵਾਲ ਸੋਨੇ ਰੰਗੇ ਅਤੇ ਲੰਬੇ ਸਨ ਅਤੇ ਉਸ ਦੀਆਂ ਅੱਖਾਂ ਦਾ ਰੰਗ ਆਕਾਸ਼ ਦੀ ਤਰ੍ਹਾਂ ਬਦਲਦਾ ਸੀ। ਜਦੋਂ ਉਹ ਖੁਸ਼ ਹੁੰਦੀ ਤਦ ਉਸ ਦੀਆਂ ਅੱਖਾਂ ਨੀਲੀਆਂ ਹੁੰਦੀਆਂ ਅਤੇ ਜਦੋਂ ਉਹ ਉਦਾਸ ਹੁੰਦੀ ਤਾਂ ਉਸ ਦੀਆਂ ਅੱਖਾਂ ਗਿੱਲੀਆਂ ਅਤੇ ਸਲੇਟੀ ਹੋ ਜਾਂਦੀਆਂ ਸਨ। ਉਸ ਦੇ ਪਿਤਾ ਉਸ ਨੂੰ ਬੇਟੀ ਨਿੱਕੀ ਸੁੰਦਰੀ ਕਹਿ ਕੇ ਬੁਲਾਉਂਦੇ। ਜਦ ਉਹ ਵੱਡੀ ਹੋਈ ਤਾਂ ਪਿਤਾ ਦਾ ਦਿੱਤਾ ਹੋਇਆ ਨਾਂ ਹੀ ਉਸ ਦੇ ਨਾਲ ਲੱਗ ਗਿਆ ਅਤੇ ਲੋਕ ਉਸ ਨੂੰ ਸੁੰਦਰੀ ਨਾਂ ਨਾਲ ਹੀ ਬੁਲਾਉਣ ਲੱਗੇ। ਇਹ ਠੀਕ ਨਹੀਂ ਹੈ, ਉਸ ਦੀਆਂ ਵੱਡੀਆਂ ਭੈਣਾਂ ਨੇ ਕਿਹਾ, ਅਸੀਂ ਦੋਵੇਂ ਵੀ ਤਾਂ ਉਸ ਵਰਗੀਆਂ ਹੀ ਸੁੰਦਰ ਹਾਂ। ਤੁਸੀਂ ਸਾਨੂੰ ਵੀ ਸੁੰਦਰੀ ਕਹਿ ਕੇ ਕਿਉਂ ਨਹੀਂ ਬੁਲਾਉਂਦੇ? ਉਸ ਨਾਲ ਕੁਝ ਉਲਝਣ ਹੋ ਸਕਦੀ ਹੈ, ਪਿਤਾ ਨੇ ਕਿਹਾ। ਦੇਖੋ, ਮੈਂ ਉਸ ਨੂੰ ਸੁੰਦਰੀ ਸਿਰਫ ਉਸ ਦੀ ਸੁੰਦਰਤਾ ਲਈ ਨਹੀਂ ਸਗੋਂ ਉਸ ਦੇ ਸੁੰਦਰ ਸੁਭਾਅ ਕਾਰਨ ਬੁਲਾਉਂਦਾ ਹਾਂ। ਉਹ ਹਰੇਕ ਨਾਲ ਚੰਗਾ ਵਰਤਾਅ ਕਰਦੀ ਹੈ, ਨੌਕਰਾਂ ਦੇ ਨਾਲ ਵੀ। ਇਹ ਬਕਵਾਸ ਹੈ, ਭੈਣਾਂ ਨੇ ਕਿਹਾ। ਦੋਵੇਂ ਭੈਣਾਂ ਸਭ ਨਾਲ ਕੁਰੱਖਤ ਵਰਤਾਅ ਕਰਦੀਆਂ ਸਨ, ਖਾਸ ਤੌਰ ਤੇ ਨੌਕਰਾਂ ਨਾਲ। ਇਸ ਤੋਂ ਬਾਅਦ ਦੋਵੇਂ ਭੈਣਾਂ ਸੁੰਦਰੀ ਨਾਲ ਹੋਰ ਵੀ ਈਰਖਾ ਕਰਨ ਲੱਗੀਆਂ। ਉਹ ਸੁੰਦਰੀ ਦੇ ਸੁਨਹਿਰੇ ਅਤੇ ਲੰਬੇ ਵਾਲਾਂ ਅਤੇ ਉਸ ਦੀਆਂ ਨੀਲੀ ਸਲੇਟੀ ਅੱਖਾਂ ਤੋਂ ਸੜਨ ਲੱਗੀਆਂ। ਉਹ ਉਹਦੇ ਤੋਂ ਇਸ ਲਈ ਵੀ ਸੜਦੀਆਂ ਸਨ ਕਿਉਂਕਿ ਸੁੰਦਰੀ ਦੇ ਬਹੁਤ ਸਾਰੇ ਮਿੱਤਰ ਅਤੇ ਪ੍ਰਸ਼ੰਸਕ ਸਨ। ਇਸ ਗੱਲ ਦਾ ਉਹਨਾਂ ਨੂੰ ਸਭ ਨਾਲੋਂ ਵੱਧ ਸਾੜਾ ਸੀ ਕਿ ਉਹਨਾਂ ਦੇ ਪਿਤਾ ਸੁੰਦਰੀ ਨੂੰ ਬਹੁਤ ਪਿਆਰ ਕਰਦੇ ਸਨ। ਇੱਕ ਦਿਨ ਵਪਾਰੀ ਇੱਕ ਬੁਰੀ ਖਬਰ ਲੈ ਕੇ ਘਰ ਮੁੜਿਆ। ਸਮੁੰਦਰ ਵਿੱਚ ਭਿਆਨਕ ਤੂਫਾਨ ਆਇਆ। ਉਸਨੇ ਆਪਣੀਆਂ ਲੜਕੀਆਂ ਨੂੰ ਦੱਸਿਆ, ਉਸ ਤੂਫਾਨ ਵਿੱਚ ਮੇਰੇ ਸਾਰੇ ਜਹਾਜ਼ ਡੁੱਬ ਗਏ ਹਨ। ਮੇਰਾ ਸਾਰਾ ਕੁਝ ਲੁੱਟਿਆ ਗਿਆ ਹੈ। ਸਾਰਾ ਕੁਝ। ਸਭ ਨਾਲੋਂ ਵੱਡੀ ਲੜਕੀ ਨੂੰ ਯਕੀਨ ਨਹੀਂ ਹੋਇਆ। ਉਸਨੇ ਪੁੱਛਿਆ, ਤੁਹਾਡਾ ਮਤਲਬ ਹੈ ਕਿ ਹੁਣ ਅਸੀਂ ਗਰੀਬ ਹੋ ਗਏ ਹਾਂ? ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਾਂ। ਪਿਤਾ ਨੇ ਕਿਹਾ, ਸਾਡੀ ਔਕਾਤ ਹੁਣ ਸ਼ਹਿਰ ਵਿੱਚ ਰਹਿਣ ਦੀ ਨਹੀਂ ਰਹੀ। ਸਾਨੂੰ ਇਸ ਵੱਡੇ ਮਕਾਨ ਨੂੰ ਵੇਚ ਕੇ ਕਿਸੇ ਪਿੰਡ ਵਿੱਚ ਚੌਂਪੜੀ ਬਣਾ ਕੇ ਰਹਿਣਾ ਹੋਵੇਗਾ। ਪਰ ਆਖਿਰ ਅਸੀਂ ਪਿੰਡ ਵਿੱਚ ਕੀ ਕਰਾਂਗੇ? ਦੂਜੀ ਲੜਕੀ ਨੇ ਕਿਹਾ, ਉੱਥੇ ਨਾ ਤਾਂ ਦੁਕਾਨਾਂ ਹੋਣਗੀਆਂ, ਨਾ ਪਾਰਟੀਆਂ ਅਤੇ ਨਾ ਹੀ ਮਜ਼ਾ। ਅਸੀਂ ਉੱਥੇ ਅੱਕ ਕੇ ਮਰ ਜਾਵਾਂਗੇ। ਨਹੀਂ, ਇਹੋ ਜਿਹਾ ਨਹੀਂ ਹੋਵੇਗਾ, ਸੁੰਦਰੀ ਨੇ ਕਿਹਾ ਅਤੇ ਉਸਨੇ ਤਰਵਾਸਾ ਦਿੰਦੇ ਹੋਏ ਪਿਤਾ ਦੀ ਪਿੱਠ ਤੇ ਹੱਥ ਫੇਰਿਆ। ਅਸੀਂ ਉੱਥੇ ਖਾਣਾ ਪਕਾਉਣ, ਸਫਾਈ ਕਰਨ ਅਤੇ ਬਾਗ, ਬਗੀਚੇ ਵਿੱਚ ਐਨੇ ਰੁੱਝੇ ਹੋਵਾਂਗੇ ਕਿ ਸਾਨੂੰ ਅੱਕਣ ਦਾ ਸਮਾਂ ਹੀ ਨਹੀਂ ਮਿਲੇਗਾ। ਤੂੰ ਆਪਣੀ ਗੱਲ ਕਰ ਸੁੰਦਰੀ। ਦੋਹਾਂ ਭੈਣਾਂ ਨੇ ਡਾਂਟਦੇ ਹੋਏ ਕਿਹਾ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੱਥ ਗੰਦੇ ਹੋਣ ਅਤੇ ਨਹੁੰ ਬਰਬਾਦ ਹੋਣ। ਤੇਰੇ ਸੁਝਾਅ ਲਈ ਬਹੁਤ ਬਹੁਤ ਸ਼ੁਕਰੀਆ। ਦੋਹਾਂ ਭੈਣਾਂ ਨੇ ਕੋਈ ਕੰਮ ਨਾ ਕੀਤਾ। ਨਵੇਂ ਘਰ ਤੱਕ ਸਾਮਾਨ ਢੋਣ ਦੇ ਕੰਮ ਵਿੱਚ ਉਹਨਾਂ ਨੇ ਸੁੰਦਰੀ ਦੀ ਕੋਈ ਸਹਾਇਤਾ ਨਹੀਂ ਕੀਤੀ। ਦੋਵੇਂ ਭੈਣਾਂ ਦੁਪਹਿਰ ਤੀਕ ਪਲੰਗ ਤੇ ਲੰਮੀਆਂ ਪੈ ਕੇ ਉਬਾਸੀਆਂ ਲੈਂਦੀਆਂ ਅਤੇ ਪਿੰਡ ਦੀ ਨੀਰਸ ਜ਼ਿੰਦਗੀ ਦਾ ਰੋਣਾ ਰੋਂਦੀਆਂ ਰਹਿੰਦੀਆਂ। ਪਰ ਸੁੰਦਰੀ ਨੂੰ ਆਪਣੀ ਨਵੀਂ ਜ਼ਿੰਦਗੀ ਵਿੱਚ ਬੜਾ ਮਜ਼ਾ ਆ ਰਿਹਾ ਸੀ। ਉਹ ਫਰਨੀਚਰ ਨੂੰ ਸਾਫ਼ ਕਰ ਉਸ ਨੂੰ ਪਾਲਿਸ਼ ਲਗਾ ਕੇ ਚਮਕਾਉਂਦੀ। ਉਹ ਪੂਰੇ ਪਰਿਵਾਰ ਲਈ ਸੁਆਦੀ ਖਾਣਾ ਤਿਆਰ ਕਰਦੀ। ਉਸ ਨੂੰ ਸਭ ਨਾਲੋਂ ਵੱਧ ਮਜ਼ਾ ਬਾਗ ਵਿੱਚ ਕੰਮ ਕਰਨ ਵਿੱਚ ਆਉਂਦਾ ਸੀ। ਉਹ ਬਾਗ ਵਿੱਚ ਨਵੇਂ ਪੌਦੇ ਲਗਾਉਂਦੀ, ਘਾਹ ਕੱਟਦੀ ਅਤੇ ਗੁਲਾਬ ਦੇ ਫੁੱਲਾਂ ਦੀ ਦੇਖਭਾਲ ਕਰਦੀ। ਇਹਨਾਂ ਕੰਮਾਂ ਵਿੱਚ ਉਸ ਨੂੰ ਬਹੁਤ ਖੁਸ਼ੀ ਮਿਲਦੀ। ਇਸ ਆਨੰਦ ਦੇ ਕਾਰਨ ਉਸ ਦੀਆਂ ਅੱਖਾਂ ਨੀਲੀਆਂ ਅਤੇ ਗੂੜ੍ਹੀਆਂ ਨੀਲੀਆਂ ਹੋ ਗਈਆਂ। ਅਖੀਰ ਵਿੱਚ ਉਸ ਦੇ ਸੁੰਦਰ ਚਿਹਰੇ ਤੇ ਨੀਲਮ ਜਿਹੀਆਂ ਅੱਖਾਂ ਇੱਕਦਮ ਚਮਕਣ ਲੱਗੀਆਂ। ਠੀਕ 1 ਸਾਲ ਬਾਅਦ ਵਪਾਰੀ ਇੱਕ ਚੰਗੀ ਖਬਰ ਲੈ ਕੇ ਘਰ ਮੁੜਿਆ। ਇੱਕ ਜਹਾਜ਼ ਜਿਸ ਨੂੰ ਮੈਂ ਸਮਝ ਰਿਹਾ ਸੀ ਕਿ ਡੁੱਬ ਗਿਆ ਹੈ ਹੁਣ ਸਹੀ ਸਲਾਮਤ ਵਾਪਸ ਆ ਗਿਆ ਹੈ। ਉਸਨੇ ਆਪਣੀਆਂ ਲੜਕੀਆਂ ਨੂੰ ਕਿਹਾ, ਕੱਲ ਮੈਂ ਬੰਦਰਗਾਹ ਤੇ ਜਾ ਕੇ ਮਾਲ ਵੇਚਣ ਦੀ ਕੋਸ਼ਿਸ਼ ਕਰੂੰਗਾ। ਦੋਹਾਂ ਵੱਡੀਆਂ ਭੈਣਾਂ ਨੇ ਪਿਤਾ ਦੇ ਗਲ ਦੁਆਲੇ ਬਾਹਾਂ ਵੱਲ ਕੇ ਉਸ ਨੂੰ ਚੁੰਮਿਆ। ਪਿਤਾ ਜੀ, ਪਿਆਰੇ ਪਿਤਾ ਜੀ, ਉਸ ਤੋਂ ਬਾਅਦ ਤੁਸੀਂ ਸਾਡੇ ਲਈ ਕੁਝ ਉਪਹਾਰ ਜ਼ਰੂਰ ਲਿਆਉਣਾ। ਉਹਨਾਂ ਨੇ ਪ੍ਰਾਰਥਨਾ ਕੀਤੀ। ਗਹਿਣੇ ਅਤੇ ਨਵੇਂ ਕੱਪੜੇ ਅਤੇ ਪਸ਼ਮੀਨੇ ਦਾ ਇੱਕ ਕੀਮਤੀ ਦੁਸ਼ਾਲਾ। ਮੈਂ ਪੂਰੀ ਕੋਸ਼ਿਸ਼ ਕਰੂੰਗਾ, ਵਪਾਰੀ ਨੇ ਵਾਅਦਾ ਕੀਤਾ। ਅੱਛਾ ਸੁੰਦਰੀ, ਤੇਰੇ ਲਈ ਕੀ ਲਿਆਵਾਂ? ਸੁੰਦਰੀ ਨੇ ਬੜਾ ਸੋਚਿਆ। ਅੰਤ ਵਿੱਚ ਉਸਨੇ ਕਿਹਾ, ਪਿਤਾ ਜੀ, ਦੁਨੀਆ ਵਿੱਚ ਇੱਕ ਚੀਜ਼ ਮੈਨੂੰ ਬੜੀ ਪਸੰਦ ਹੈ। ਜੇਕਰ ਮੇਰੇ ਲਈ ਇੱਕ ਸੁੰਦਰ, ਚਿੱਟਾ, ਭਿੱਜੀ ਖੁਸ਼ਬੂ ਵਾਲਾ ਗੁਲਾਬ ਲਿਆ ਸਕੋ ਤਾਂ ਬੜਾ ਚੰਗਾ ਹੋਵੇਗਾ। ਦੋਵੇਂ ਭੈਣਾਂ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਈਆਂ। ਇੱਕ ਗੁਲਾਬ ਤਾਂ ਖਾਸ ਮਹਿੰਗਾ ਨਹੀਂ ਹੋਵੇਗਾ। ਸ਼ਾਇਦ ਇਸੇ ਕਰਕੇ ਸੁੰਦਰੀ ਨੇ ਗੁਲਾਬ ਦੀ ਇੱਛਾ ਪ੍ਰਗਟਾਈ ਸੀ। ਉਸ ਨੂੰ ਡਰ ਸੀ ਕਿ ਜੇ ਕਿਤੇ ਪਿਤਾ ਜੀ ਆਪਣੇ ਮਾਲ ਨੂੰ ਮਨਮਰਜ਼ੀ ਦੇ ਭਾਅ ਤੇ ਨਾ ਵੇਚ ਸਕੇ ਅਤੇ ਉਹਨਾਂ ਨੂੰ ਆਸ ਨਾਲੋਂ ਘੱਟ ਪੈਸੇ ਮਿਲੇ ਤਾਂ। ਉਸ ਦਾ ਇਹ ਡਰ ਸਹੀ ਨਿਕਲਿਆ। ਮਾਲ ਬਹੁਤ ਘੱਟ ਕੀਮਤ ਤੇ ਵਿਕਿਆ ਅਤੇ ਸਾਰੀ ਰਕਮ ਕਰਜ਼ਾ ਮੋੜਨ ਵਿੱਚ ਚਲੀ ਗਈ। ਵਪਾਰੀ ਜਦ ਬੰਦਰਗਾਹ ਤੋਂ ਵਾਪਸ ਘਰ ਨੂੰ ਤੁਰਿਆ ਤਾਂ ਉਸ ਕੋਲ ਇੱਕ ਧੇਲਾ ਵੀ ਨਹੀਂ ਬਚਿਆ ਸੀ। ਉਹ ਸੋਚ ਰਿਹਾ ਸੀ ਕਿ ਇਹ ਖਬਰ ਉਹ ਆਪਣੀਆਂ ਲੜਕੀਆਂ ਨੂੰ ਕਿਸ ਤਰ੍ਹਾਂ ਦੱਸੇਗਾ। ਉਹ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਬਰਫ਼ ਡਿੱਗਣ ਲੱਗੀ। ਥੋੜੇ ਚਿਰ ਵਿੱਚ ਹੀ ਸਾਰੀ ਜ਼ਮੀਨ ਤੇ ਬਰਫ਼ ਦੀ ਚਿੱਟੀ ਚਾਦਰ ਵਿੱਚ ਗਈ ਅਤੇ ਸੜਕ ਦਿਸਣੀ ਬੰਦ ਹੋ ਗਈ। ਫਿਰ ਜ਼ੋਰ ਦੀ ਹਵਾ ਵਗੀ ਅਤੇ ਉਹ ਇੱਕ ਭਿਅੰਕਰ ਘੁੰਮਣ ਘੇਰੀ ਵਿੱਚ ਫਸ ਕੇ ਉੱਧਰ ਭਟਕਣ ਲੱਗਿਆ। ਕੁਝ ਘੰਟਿਆਂ ਬਾਅਦ ਵਪਾਰੀ ਨੇ ਆਪਣੇ ਆਪ ਨੂੰ ਇੱਕ ਜੰਗਲ ਵਿੱਚ ਪਾਇਆ। ਉਹ ਗੁਆਚ ਗਿਆ ਸੀ। ਉਹ ਇੱਧਰ ਉੱਧਰ ਕੋਈ ਸੁਰੱਖਿਅਤ ਥਾਂ ਲੱਭਣ ਲੱਗਿਆ ਪਰ ਉੱਥੇ ਦੂਰ ਦੂਰ ਤੀਕ ਕੋਈ ਵੀ ਮਕਾਨ ਨਹੀਂ ਸੀ। ਉਸ ਨੂੰ ਲੱਗਿਆ ਕਿ ਕੁਝ ਹੀ ਪਲਾਂ ਵਿੱਚ ਉਸ ਦਾ ਸਰੀਰ ਠੰਡ ਨਾਲ ਜਕੜਿਆ ਜਾਏਗਾ ਜਾਂ ਫਿਰ ਬਘਿਆੜ ਉਸ ਨੂੰ ਖਾ ਜਾਣਗੇ। ਕੋਈ ਹੈ, ਮਿਹਰਬਾਨੀ ਕਰਕੇ ਮੈਨੂੰ ਬਚਾਓ, ਉਹ ਮਦਦ ਲਈ ਚੀਕਿਆ। ਉਂਝ ਉਸ ਬਿਆਬਾਨ ਇਲਾਕੇ ਵਿੱਚ ਉਸ ਨੂੰ ਮਦਦ ਦੀ ਕੋਈ ਆਸ ਨਹੀਂ ਸੀ। ਉਸ ਦੀ ਇੱਕ ਪੁਕਾਰ ਤੋਂ ਬਾਅਦ ਰਹੱਸਮਈ ਢੰਗ ਨਾਲ ਜੰਗਲ ਦੇ ਥਾਂ ਤੇ ਸੰਘਣੇ ਰੁੱਖਾਂ ਦੀਆਂ 2 ਕਤਾਰਾਂ ਖੜੀਆਂ ਹੋ ਗਈਆਂ।
ਰੁੱਖਾਂ ਦੇ ਅੰਤ ਵਿੱਚ ਇੱਕ ਸੁੰਦਰ, ਵੱਡਾ ਸਾਰਾ ਮਹਲ ਖੜਾ ਸੀ। ਮਹਲ ਦੀਆਂ ਤਾਕਿਆਂ ਚੋਂ ਤੇਜ਼ ਪ੍ਰਕਾਸ਼ ਆ ਰਿਹਾ ਸੀ। ਇਹ ਦੇਖ ਕੇ ਵਪਾਰੀ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਇਆ। ਉਹ ਕਾਹਲੀ ਨਾਲ ਮਹਲ ਦੇ ਅੰਦਰ ਵੜਿਆ ਕਿਉਂਕਿ ਉਸ ਨੂੰ ਡਰ ਸੀ ਕਿ ਅੰਦਰ ਵੜਨ ਤੋਂ ਪਹਿਲਾਂ ਹੀ ਕਿਤੇ ਮਹਲ ਗਾਇਬ ਨਾ ਹੋ ਜਾਏ। ਉਸਨੇ ਆਪਣੇ ਘੋੜੇ ਨੂੰ ਅਸਤਬਲ ਵਿੱਚ ਬੰਨਿਆ ਅਤੇ ਫਿਰ ਉਹ ਪੌੜੀਆਂ ਚੜ੍ਹ ਕੇ ਮਹਲ ਦੇ ਮਜ਼ਬੂਤ ਦਰਵਾਜ਼ੇ ਕੋਲ ਪੁੱਜਿਆ। ਉਹ ਦਰਵਾਜ਼ਾ ਖੜਕਾਉਣ ਹੀ ਵਾਲਾ ਸੀ ਕਿ ਅਚਾਨਕ ਜਾਦੂਈ ਤਰੀਕੇ ਨਾਲ ਦਰਵਾਜ਼ਾ ਆਪਣੇ ਆਪ ਖੁੱਲ ਗਿਆ। ਵਪਾਰੀ ਨੇ ਅੰਦਰ ਝਾਕ ਕੇ ਆਖਿਆ, ਹੈਲੋ, ਅੰਦਰ ਕੋਈ ਹੈ? ਕਿਸੇ ਦੀ ਆਵਾਜ਼ ਨਹੀਂ ਆਈ। ਉਹ ਬੜੀ ਸਾਵਧਾਨੀ ਨਾਲ ਇੱਕ ਵੱਡੇ ਹਾਲ ਵਿੱਚ ਵੜਿਆ ਅਤੇ ਫਿਰ ਉੱਥੇ ਬਲਦੀ ਅੱਗ ਸਾਹਮਣੇ ਠੰਡੇ ਸਰੀਰ ਨੂੰ ਗਰਮਾਉਣ ਲੱਗਿਆ। ਕੋਲ ਹੀ ਇੱਕ ਮੇਜ਼ ਤੇ ਸੁਆਦੀ ਖਾਣਾ ਰੱਖਿਆ ਸੀ, ਜਿਹਦੀ ਖੁਸ਼ਬੂ ਚਹੁੰ ਪਾਸੇ ਫੈਲ ਰਹੀ ਸੀ। ਆਸੇ-ਪਾਸੇ ਕੋਈ ਨਹੀਂ ਸੀ। ਮੇਜ਼ ਤੇ ਪਿਆ ਖਾਣਾ ਸਿਰਫ ਇੱਕੋ ਆਦਮੀ ਲਈ ਸੀ। ਉਹ ਘਬਰਾਉਂਦਾ ਹੋਇਆ ਮੇਜ਼ ਕੋਲ ਗਿਆ, ਕੀ ਇਹ ਮੇਰੇ ਲਈ ਹੈ? ਉਸਨੇ ਪੁੱਛਿਆ। ਉਸ ਨੂੰ ਕੋਈ ਮੋੜਵਾਨ ਉੱਤਰ ਨਹੀਂ ਮਿਲਿਆ। ਹੁਣ ਤੱਕ ਵਪਾਰੀ ਦੀ ਭੁੱਖ ਇੰਨੀ ਵੱਧ ਗਈ ਸੀ ਕਿ ਉਹ ਖਾਣ ਦੇ ਲਾਲਚ ਨੂੰ ਰੋਕ ਨਹੀਂ ਸਕਿਆ। ਉਸਨੇ ਢਿੱਡ ਭਰ ਕੇ ਖਾਣਾ ਖਾਧਾ ਅਤੇ ਪਾਣੀ ਪੀਤਾ। ਖਾਣ ਮਗਰੋਂ ਉਸ ਨੂੰ ਬੜੀ ਥਕਾਵਟ ਮਹਿਸੂਸ ਹੋਣ ਲੱਗੀ ਅਤੇ ਉਹ ਸੌਣ ਲਈ ਥਾਂ ਲੱਭਣ ਲੱਗਿਆ। ਕਾਬਰੇ ਹੋਏ ਨੇ ਸਾਵਧਾਨੀ ਨਾਲ ਪੌੜੀਆਂ ਚੜ੍ਹੀਆਂ। ਪਹਿਲਾ ਦਰਵਾਜ਼ਾ ਖੋਲ੍ਹਦੇ ਸਾਰ ਹੀ ਉਹ ਇੱਕ ਬੜੇ ਆਲੀਸ਼ਾਨ ਕਮਰੇ ਵਿੱਚ ਦਾਖਲ ਹੋਇਆ। ਉਸ ਨੂੰ ਅੰਦਰ ਇੱਕ ਸੁੰਦਰ ਪਲੰਗ ਦਿਖਾਈ ਦਿੱਤਾ ਜਿਸ ਤੇ ਬੜੇ ਹੀ ਮੁਲਾਇਮ ਸਿਰਹਾਣੇ ਅਤੇ ਇੱਕ ਰਜ਼ਾਈ ਰੱਖੀ ਸੀ। ਕੀ ਇਹ ਸਾਰੇ ਮੇਰੇ ਲਈ ਹਨ? ਉਸਨੇ ਪੁੱਛਿਆ। ਅਗਲੇ ਦਿਨ ਸਵੇਰੇ ਜਦ ਉਹ ਉੱਠਿਆ ਤਦ ਤੱਕ ਤਿੱਖੀ ਧੁੱਪ ਫੈਲ ਚੁੱਕੀ ਸੀ। ਅਚਾਨਕ ਉਸਦੇ ਪਲੰਗ ਕੋਲ ਰੱਖੇ ਮੇਜ਼ ਤੇ ਇੱਕ ਕੱਪ ਵਿੱਚ ਗਰਮ ਚਾਕਲੇਟ ਕਿਤੋਂ ਆ ਗਈ। ਉਸਨੇ ਚਾਕਲੇਟ ਪੀਤੀ ਅਤੇ ਫਿਰ ਪੌੜੀਆਂ ਰਾਹੀਂ ਥੱਲੇ ਆਇਆ। ਵੱਡੇ ਹਾਲ ਵਿੱਚ ਆਉਣ ਤੋਂ ਬਾਅਦ ਉਹ ਰੁਕਿਆ ਅਤੇ ਉਸਨੇ ਚਾਰੇ ਪਾਸੇ ਦੇਖਿਆ। ਹੈਲੋ, ਉਸਨੇ ਕਿਹਾ, ਕੋਈ ਹੈ? ਕਿਸੇ ਨੇ ਕੋਈ ਜਵਾਬ ਨਾ ਦਿੱਤਾ। ਫਿਰ ਵਪਾਰੀ ਨੇ ਮਹਲ ਦਾ ਭਾਰੀ ਦਰਵਾਜ਼ਾ ਖੋਲ੍ਹਿਆ। ਮੈਂ ਇੰਨੇ ਆਦਰ ਸਤਿਕਾਰ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ, ਉਸਨੇ ਆਪਣੇ ਅਗਿਆਤ ਮੇਜ਼ਬਾਨ ਨੂੰ ਕਿਹਾ, ਪਰ ਹੁਣ ਮੈਨੂੰ ਆਪਣੀਆਂ ਲੜਕੀਆਂ ਕੋਲ ਵਾਪਸ ਜਾਣਾ ਚਾਹੀਦਾ ਹੈ। ਮਹਲ ਦਾ ਦਰਵਾਜ਼ਾ ਆਪਣੇ ਆਪ ਹੌਲੀ ਜਿਹੀ ਉਸਦੇ ਪਿੱਛੇ ਬੰਦ ਹੋ ਗਿਆ। ਕੱਲ ਪਈ ਬਰਫ਼ ਹੈਰਾਨੀਜਨਕ ਢੰਗ ਨਾਲ ਪਿਘਲ ਗਈ ਅਤੇ ਉਸਦੀ ਥਾਂ ਤੇ ਗੁਲਾਬ ਦਾ ਖੂਬਸੂਰਤ ਬਾਗ ਆ ਗਿਆ। ਚਲੋ, ਮੈਂ ਅੱਜ ਸੁੰਦਰੀ ਲਈ ਉਸਦੀ ਮੰਗੀ ਚੀਜ਼ ਤਾਂ ਲਿਜਾ ਸਕਦਾ ਹਾਂ। ਉਸਨੇ ਸੋਚਿਆ। ਜੋ ਕੋਈ ਵੀ ਇੱਥੇ ਰਹਿੰਦਾ ਹੈ ਉਸ ਨੂੰ ਇਹਨੇ ਸਾਰੇ ਗੁਲਾਬ ਦੇ ਫੁੱਲਾਂ ਚੋਂ ਇੱਕ ਗੁਲਾਬ ਦੇ ਫੁੱਲ ਦਾ ਘੱਟ ਹੋਣਾ ਨਹੀਂ ਰੜਕੇਗਾ। ਪਰ ਜਿਉਂ ਹੀ ਉਸਨੇ ਇੱਕ ਸੁੰਦਰ ਚਿੱਟਾ, ਖੁਸ਼ਬੂਦਾਰ ਫੁੱਲ ਤੋੜਿਆ, ਇੱਕ ਦਿਲ ਕੰਬਾਊ ਆਵਾਜ਼ ਗੂੰਜੀ। ਅਗਲੇ ਹੀ ਪਲ ਉਸਦੇ ਸਾਹਮਣੇ ਦੇ ਰਾਹ ਤੇ ਇੱਕ ਦੈਂਤ ਆ ਕੇ ਖੜ ਗਿਆ। ਦੈਂਤ ਦਾ ਚਿਹਰਾ ਇੰਨਾ ਭਿਆਨਕ ਸੀ ਕਿ ਉਸ ਨੂੰ ਦੇਖਦੇ ਸਾਰ ਹੀ ਵਪਾਰੀ ਨੇ ਘਬਰਾ ਕੇ ਆਪਣੀਆਂ ਅੱਖਾਂ ਮੀਚ ਲਈਆਂ। ਨਮਕ ਹਰਾਮ, ਬੇਸ਼ਰਮ, ਦੈਂਤ ਗੜਕਿਆ, ਮੇਰੀ ਮਿਹਰਬਾਨੀ ਦਾ ਹਿਸਾਬ ਤੂੰ ਇਸ ਤਰ੍ਹਾਂ ਚੁਕਾਇਆ, ਮੇਰੇ ਫੁੱਲ ਦੀ ਚੋਰੀ ਕਰਕੇ। ਤੈਨੂੰ ਇਸ ਲਈ ਤਿਲ ਕਰਕੇ ਮਰਨਾ ਹੋਵੇਗਾ। ਮੈਂ ਮਾਫੀ ਚਾਹੁੰਦਾ ਹਾਂ, ਵਪਾਰੀ ਨੇ ਹਕਲਾਉਂਦੇ ਹੋਏ ਕਿਹਾ, ਨੁਕਸਾਨ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਮੇਰੀ ਸਭ ਨਾਲੋਂ ਛੋਟੀ ਲੜਕੀ, ਮੇਰੀ ਪਿਆਰੀ ਸੁੰਦਰੀ ਨੂੰ ਦੁਨੀਆ ਵਿੱਚ ਗੁਲਾਬ ਦੇ ਫੁੱਲਾਂ ਨਾਲ ਸਭ ਨਾਲੋਂ ਵੱਧ ਪਿਆਰ ਹੈ। ਇਸ ਲਈ ਮੈਂ ਉਸ ਲਈ ਇੱਕ ਗੁਲਾਬ ਦਾ ਫੁੱਲ ਲੈ ਕੇ ਜਾਣ ਦੀ ਸੋਚੀ। ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ। ਇਹ ਸੁਣ ਕੇ ਦੈਂਤ ਚੁੱਪ ਹੋ ਗਿਆ। ਉਹ ਕਾਫੀ ਦੇਰ ਤੱਕ ਗੰਭੀਰਤਾ ਨਾਲ ਸੋਚਦਾ ਰਿਹਾ। ਕੁਝ ਦੇਰ ਪਿੱਛੋਂ ਸਾਵਧਾਨੀ ਵਰਤਦੇ ਹੋਏ ਵਪਾਰੀ ਨੇ ਆਪਣੀਆਂ ਅੱਖਾਂ ਖੋਲੀਆਂ। ਹਿੰਮਤ ਕਰਕੇ ਜਦੋਂ ਉਸਨੇ ਸੰਭਲ ਕੇ ਦੈਂਤ ਵੱਲ ਦੇਖਿਆ ਤਾਂ ਪਾਇਆ ਕਿ ਬਦਸੂਰਤ ਹੋਣ ਦੇ ਬਾਵਜੂਦ ਉਹ ਆਦਮੀ ਵਾਂਗੂ ਸਿੱਧਾ ਖੜਾ ਸੀ ਅਤੇ ਉਸਦੀ ਬੋਲੀ ਵੀ ਕਿਸੇ ਆਦਮੀ ਦੀ ਭਾਰੀ ਆਵਾਜ਼ ਜਿਹੀ ਸੀ। ਦੇਖੋ ਵਪਾਰੀ, ਮੈਂ ਤੇਰੇ ਨਾਲ ਇੱਕ ਸੌਦਾ ਕਰ ਸਕਦਾ ਹਾਂ, ਉਸਨੇ ਕਿਹਾ, ਤੂੰ ਚਾਹੇ ਤਾਂ ਇਸ ਗੁਲਾਬ ਨੂੰ ਆਪਣੀ ਛੋਟੀ ਲੜਕੀ ਲਈ ਲੈ ਜਾ। ਉਸ ਨੂੰ ਕਹਿਣਾ ਕਿ ਜੇਕਰ ਉਹ ਮੇਰੇ ਨਾਲ ਖੁਦ ਆਪਣੀ ਮਰਜ਼ੀ ਨਾਲ ਰਹਿਣ ਆਵੇਗੀ ਤਾਂ ਮੈਂ ਤੈਨੂੰ ਛੱਡ ਦਿਆਂਗਾ, ਨਹੀਂ ਤਾਂ ਤੈਨੂੰ ਮਰਨਾ ਪਵੇਗਾ। ਵਪਾਰੀ ਥੋੜਾ ਝਿਜਕਿਆ। ਉਹ ਨਹੀਂ ਚਾਹੁੰਦਾ ਸੀ ਕਿ ਉਸਦੀ ਸਭ ਤੋਂ ਪਿਆਰੀ ਲੜਕੀ ਕਿਸੇ ਬਦਸੂਰਤ ਪਸ਼ੂ ਦਾ ਸ਼ਿਕਾਰ ਬਣੇ, ਪਰ ਇਸ ਸੌਦੇ ਨੂੰ ਕਬੂਲਣ ਦਾ ਬਹਾਨਾ ਬਣਾ ਕੇ ਉਹ ਘੱਟ ਤੋਂ ਘੱਟ ਇੱਕ ਵਾਰ ਘਰ ਜਾ ਕੇ ਆਪਣੀਆਂ ਲੜਕੀਆਂ ਨਾਲ ਤਾਂ ਮਿਲ ਲਵੇਗਾ। ਅੱਛਾ, ਦੈਂਤ ਨੇ ਪੁੱਛਿਆ, ਦੱਸ, ਕੀ ਤੈਨੂੰ ਇਹ ਸ਼ਰਤ ਕਬੂਲ ਹੈ? ਮੇਰੇ ਕੋਲ ਇਸ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਕੀ ਹੈ? ਵਪਾਰੀ ਨੇ ਪਤਲੀ ਜਿਹੀ ਆਵਾਜ਼ ਵਿੱਚ ਕਿਹਾ। ਅੱਛਾ, ਤਾਂ ਹੁਣ ਤੂੰ ਜਾ, ਦੈਂਤ ਨੇ ਕਿਹਾ। ਪਰ ਕੱਲ ਇਸੇ ਸਮੇਂ ਤੱਕ ਤੂੰ ਆਪਣੀ ਛੋਟੀ ਲੜਕੀ ਨੂੰ ਨਾਲ ਲੈ ਕੇ ਆ ਜਾਈਂ, ਨਹੀਂ ਤਾਂ ਤੇਰੀ ਖੈਰ ਨਹੀਂ। ਪਰੇਸ਼ਾਨ ਅਤੇ ਦੁਖੀ ਵਪਾਰੀ ਨੇ ਦੈਂਤ ਤੋਂ ਵਿਦਾ ਲਈ ਅਤੇ ਆਪਣੇ ਘਰ ਵੱਲ ਤੁਰ ਪਿਆ। ਤਿੰਨੋਂ ਲੜਕੀਆਂ ਆਪਣੇ ਪਿਤਾ ਨੂੰ ਦੇਖ ਕੇ ਬੜੀਆਂ ਖੁਸ਼ ਹੋਈਆਂ, ਪਰ ਜਦੋਂ ਦੋਵੇਂ ਵੱਡੀਆਂ ਲੜਕੀਆਂ ਨੂੰ ਇਹ ਪਤਾ ਲੱਗਿਆ ਕਿ ਉਸਦੇ ਪਿਤਾ ਖਾਲੀ ਹੱਥ ਆਏ ਹਨ ਤਾਂ ਦੋਵੇਂ ਗੁੱਸੇ ਵਿੱਚ ਖੂਬ ਚਿল্ਲਾਈਆਂ ਅਤੇ ਜਦ ਪਿਤਾ ਨੇ ਸੁੰਦਰੀ ਨੂੰ ਗੁਲਾਬ ਦਿੱਤਾ ਅਤੇ ਉਸ ਨੂੰ ਫੁੱਲ ਦੀ ਕੀਮਤ ਬਾਰੇ ਦੱਸਿਆ ਤਾਂ ਦੋਵੇਂ ਵੱਡੀਆਂ ਲੜਕੀਆਂ ਹੋਰ ਜ਼ੋਰ ਨਾਲ ਚਿল্ਲਾਈਆਂ। ਇਸ ਵਿੱਚ ਪੂਰੀ ਤਰ੍ਹਾਂ ਸੁੰਦਰੀ ਦੀ ਗਲਤੀ ਹੈ, ਉਹਨਾਂ ਨੇ ਗਰਜਦੇ ਹੋਏ ਕਿਹਾ, ਜੇਕਰ ਉਸਨੇ ਇਸ ਫਾਲਤੂ ਗੁਲਾਬ ਦੀ ਮੰਗ ਨਾ ਕੀਤੀ ਹੁੰਦੀ ਤਾਂ ਅਜਿਹਾ ਕਦੀ ਨਾ ਹੁੰਦਾ। ਸੁੰਦਰੀ ਦੀਆਂ ਨੀਲੀਆਂ ਅੱਖਾਂ ਮੁਰਝਾ ਕੇ ਇੱਕਦਮ ਗੂੜ੍ਹੀਆਂ ਸਲੇਟੀ ਹੋ ਗਈਆਂ। ਇਹਦੇ ਵਿੱਚ ਮੇਰੀ ਹੀ ਗਲਤੀ ਹੈ ਅਤੇ ਉਸ ਗਲਤੀ ਦੀ ਸਜ਼ਾ ਮੈਨੂੰ ਹੀ ਮਿਲਣੀ ਚਾਹੀਦੀ ਹੈ। ਮੇਰੀ ਪਿਆਰੀ ਬੱਚੀ, ਤੈਨੂੰ ਨਹੀਂ ਪਤਾ ਕਿ ਤੂੰ ਕੀ ਕਹਿ ਰਹੀ ਹੈ। ਵਪਾਰੀ ਨੇ ਵਿਰੋਧ ਕਰਦੇ ਹੋਏ ਕਿਹਾ, ਉਹ ਦੈਂਤ ਸ਼ਾਇਦ ਦੁਨੀਆ ਦਾ ਸਭ ਨਾਲੋਂ ਬਦਸੂਰਤ ਅਤੇ ਭਿਆਨਕ ਜੀਵ ਹੋਵੇਗਾ। ਮੈਂ ਕਦੀ ਵੀ ਤੈਨੂੰ ਉਸ ਕੋਲ ਜਾ ਕੇ ਨਹੀਂ ਰਹਿਣ ਦਿਆਂਗਾ। ਜੇਕਰ ਉਸ ਨੂੰ ਗੁਲਾਬ ਦੇ ਫੁੱਲਾਂ ਨਾਲ ਪਿਆਰ ਹੈ ਤਾਂ ਉਹ ਇੰਨਾ ਖਰਾਬ ਨਹੀਂ ਹੋ ਸਕਦਾ। ਸੁੰਦਰੀ ਨੇ ਆਪਣੀ ਹਿੰਮਤ ਇਕੱਠੀ ਕਰਦੇ ਹੋਏ ਕਿਹਾ, ਪਿਤਾ ਜੀ, ਹੁਣ ਮੈਨੂੰ ਰੋਕਣ ਦਾ ਕੋਈ ਲਾਭ ਨਹੀਂ ਹੋਵੇਗਾ।
ਕੱਲ ਤੁਸੀਂ ਮੈਨੂੰ ਉਸ ਦੈਂਤ ਦੇ ਮਹਿਲ ਵਿੱਚ ਲੈ ਜਾਣਾ। ਅੰਤ ਵਿੱਚ ਹਾਰ ਕੇ ਵਪਾਰੀ ਇਸ ਗੱਲ ਲਈ ਤਿਆਰ ਹੋ ਗਿਆ। ਉਸ ਨੂੰ ਜਾਪਿਆ ਕਿ ਦੈਂਤ ਨੂੰ ਦੇਖਦਿਆਂ ਹੀ ਸੁੰਦਰੀ ਦਾ ਇਰਾਦਾ ਬਦਲ ਜਾਵੇਗਾ। ਅਗਲੇ ਦਿਨ ਉਸਨੇ ਆਪਣੀਆਂ ਦੋਵੇਂ ਵੱਡੀਆਂ ਲੜਕੀਆਂ ਤੋਂ ਵਿਦਾ ਲਈ, ਪਰ ਉਹ ਦੋਵੇਂ ਉਪਹਾਰ ਨਾ ਮਿਲਣ ਕਾਰਨ ਇੰਨੀਆਂ ਦੁਖੀ ਸਨ ਕਿ ਉਹਨਾਂ ਨੇ ਜਾਣ ਸਮੇਂ ਪਿਤਾ ਨੂੰ ਚੁੰਮਿਆ ਤੱਕ ਨਹੀਂ। ਜਦ ਸੁੰਦਰੀ ਆਪਣੇ ਪਿਤਾ ਨਾਲ ਮਹਿਲ ਵਿੱਚ ਪੁੱਜੀ ਤਾਂ ਸਾਰਾ ਕੁਝ ਪਹਿਲਾਂ ਵਾਂਗ ਹੀ ਹੋਇਆ। ਪਹਿਲਾਂ ਦਰਵਾਜ਼ਾ ਖੁੱਲਿਆ, ਫਿਰ ਅਲਾਵ ਵਿੱਚ ਅੱਗ ਜਲੀ ਅਤੇ ਬਾਅਦ ਵਿੱਚ ਮੇਜ਼ ਤੇ ਸਵਾਦੀ ਖਾਣਾ ਲੱਗ ਗਿਆ, ਪਰ ਇਸ ਵਾਰ ਮੇਜ਼ ਤੇ ਇੱਕ ਦੀ ਬਜਾਏ 2 ਜਣਿਆਂ ਲਈ ਖਾਣਾ ਸਜਿਆ ਸੀ। ਲੱਗਦਾ ਹੈ ਇਹ ਦੈਂਤ ਨਰਮ ਦਿਲ ਹੈ, ਸੁੰਦਰੀ ਨੇ ਕਿਹਾ, ਨਹੀਂ ਤਾਂ ਇੰਨੀ ਤਕਲੀਫ ਕਰਨ ਦੀ ਉਸਨੂੰ ਕੀ ਲੋੜ ਸੀ। ਵਪਾਰੀ ਨੇ ਸਿਰਫ ਸਿਰ ਹਿਲਾਇਆ ਤੇ ਕਿਹਾ, ਮੈਥੋਂ ਨਾ ਪੁੱਛ, ਇਹ ਸਾਰਾ ਕੁਝ ਰਹੱਸਮਈ ਹੈ। ਜਿਉਂ ਹੀ ਉਹਨਾਂ ਦੋਹਾਂ ਨੇ ਖਾਣਾ ਸਮਾਪਤ ਕੀਤਾ, ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਸਾਹਮਣੇ ਦੈਂਤ ਪ੍ਰਗਟ ਹੋਇਆ। ਸੁੰਦਰੀ ਦਾ ਕਲੇਜਾ ਤੇਜ਼ੀ ਨਾਲ ਧੜਕਣ ਲੱਗਿਆ। ਉਸਨੇ ਬੜੀ ਹਿੰਮਤ ਨਾਲ ਉਸ ਵੱਲ ਦੇਖਿਆ, ਪਰ ਇੱਕ ਝਲਕ ਦੇਖਣ ਤੋਂ ਬਾਅਦ ਉਸਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਦੇਖਣ ਵਿੱਚ ਇੰਨਾ ਬਦਸੂਰਤ ਅਤੇ ਭਿਆਨਕ ਹੋਵੇਗਾ। ਦੈਂਤ ਨੇ ਉਸਨੂੰ ਸੰਭਲ ਕੇ ਦੇਖਿਆ। ਅੰਤ ਵਿੱਚ ਉਸਨੇ ਪੁੱਛਿਆ, ਕੀ ਤੂੰ ਇੱਥੇ ਆਪਣੀ ਮਰਜ਼ੀ ਨਾਲ ਆਈ ਹੈ? ਹਾਂ ਜਨਾਬ, ਸੁੰਦਰੀ ਨੇ ਥੱਲੇ ਰੱਖੀ ਥਾਲੀ ਨੂੰ ਦੇਖਦੇ ਹੋਏ ਕਿਹਾ। ਤਦ ਦੈਂਤ ਨੇ ਇੱਕ ਲੰਮਾ ਸਾਹ ਲਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਪਾਰੀ ਸ੍ਰੀਮਾਨ, ਹੁਣ ਤੁਹਾਡੀ ਜਾਨ ਬਖਸ਼ੀ ਜਾਂਦੀ ਹੈ। ਤੁਸੀਂ ਸਵੇਰੇ ਇੱਥੋਂ ਚਲੇ ਜਾਣਾ ਅਤੇ ਫਿਰ ਕਦੇ ਵੀ ਵਾਪਸ ਨਾ ਆਉਣਾ। ਇਨਾ ਕਹਿ ਕੇ ਦੈਂਤ ਜਿੰਨੀ ਤੇਜ਼ੀ ਨਾਲ ਆਇਆ ਸੀ ਓਨੀ ਹੀ ਛੇਤੀ ਉੱਥੋਂ ਗਾਇਬ ਹੋ ਗਿਆ। ਦੇਖ ਸੁੰਦਰੀ, ਵਪਾਰੀ ਨੇ ਆਪਣੀ ਲੜਕੀ ਨੂੰ ਕਿਹਾ, ਹੁਣ ਤੂੰ ਸਮਝ ਗਈ ਹੋਵੇਗੀ ਕਿ ਮੈਂ ਤੈਨੂੰ ਇਸ ਵਿਸ਼ਾਲ ਜੀਵ ਨਾਲ ਇਕੱਲੀ ਛੱਡ ਕੇ ਕਿਉਂ ਨਹੀਂ ਜਾ ਸਕਦਾ। ਸੁੰਦਰੀ ਦਾ ਦਿਲ ਡਰ ਨਾਲ ਕੰਬ ਰਿਹਾ ਸੀ। ਖੌਫਨਾਕ ਦੈਂਤ ਨਾਲ ਰਹਿਣ ਦੇ ਵਿਚਾਰ ਨਾਲ ਹੀ ਉਸਦਾ ਦਿਲ ਦਹਿਲ ਰਿਹਾ ਸੀ। ਪਰ ਜੇ ਉਹ ਆਪਣਾ ਮਨ ਬਦਲਦੀ ਤਾਂ ਉਸਦੇ ਪਿਤਾ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ। ਇਹ ਸੱਚ ਹੈ ਕਿ ਦੈਂਤ ਦੇਖਣ ਵਿੱਚ ਬੜਾ ਹੀ ਭੱਦਾ ਹੈ, ਉਸਨੇ ਮੰਨਿਆ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਇਹੋ ਜਿਹਾ ਕੁਝ ਬੁਰਾ ਚਾਹੁੰਦਾ ਹੈ। ਇਸ ਤਰ੍ਹਾਂ ਮੈਂ ਅਤੇ ਤੁਸੀਂ ਦੋਵੇਂ ਜ਼ਿੰਦਾ ਤਾਂ ਬਚ ਸਕਦੇ ਹਾਂ। ਕਿਰਪਾ ਕਰਕੇ ਤੁਸੀਂ ਸਵੇਰੇ ਹੀ ਚਲੇ ਜਾਣਾ। ਪੂਰੀ ਰਾਤ ਸੁੰਦਰੀ ਆਪਣੇ ਪਿਤਾ ਨੂੰ ਸਮਝਾਉਂਦੀ ਰਹੀ ਕਿ ਉਹ ਉਸਨੂੰ ਮਹਿਲ ਵਿੱਚ ਛੱਡ ਕੇ ਅਗਲੇ ਦਿਨ ਘਰ ਪਰਤ ਜਾਣ। ਸਵੇਰ ਹੋਣ ਤੋਂ ਪਹਿਲਾਂ ਪਿਤਾ ਨੇ ਉਸਦੀ ਗੱਲ ਮੰਨ ਲਈ। ਰੋਂਦੇ ਹੋਏ ਪਿਤਾ ਨੇ ਆਪਣੀ ਪਿਆਰੀ ਸੁੰਦਰੀ ਨੂੰ ਚੁੰਮਿਆ ਅਤੇ ਫਿਰ ਉਸ ਤੋਂ ਵਿਦਾ ਲੈ ਕੇ ਉਹ ਘੋੜੇ ਤੇ ਸਵਾਰ ਹੋ ਕੇ ਘਰ ਵੱਲ ਰਵਾਨਾ ਹੋ ਗਿਆ। ਅਗਲੀ ਸਵੇਰ ਸੁੰਦਰੀ ਨੇ ਹਿੰਮਤ ਇਕੱਠੀ ਕੀਤੀ ਅਤੇ ਉਹ ਮਹਿਲ ਦੇ ਆਲੇ ਦੁਆਲੇ ਘੁੰਮਣ ਲਈ ਨਿਕਲੀ। ਉਸ ਨੂੰ ਬੜੀ ਹੈਰਾਨੀ ਹੋਈ ਜਦ ਉਸਨੇ ਇੱਕ ਕਮਰੇ ਸਾਹਮਣੇ ਸੁੰਦਰੀ ਦਾ ਕਮਰਾ ਲਿਖਿਆ ਦੇਖਿਆ। ਕਮਰੇ ਅੰਦਰ ਇੱਕ ਕਿਤਾਬਘਰ, ਇੱਕ ਵਾਦ ਯੰਤਰ ਅਤੇ ਇੱਕ ਅਲਮਾਰੀ ਵਿੱਚ ਉਸਦੇ ਨਾਪ ਦੇ ਬੇਹੱਦ ਖੂਬਸੂਰਤ ਕੱਪੜੇ ਰੱਖੇ ਹੋਏ ਸਨ। ਉਸਨੇ ਸੋਚਿਆ ਕਿ ਦੈਂਤ ਚਾਹੇ ਦੇਖਣ ਵਿੱਚ ਭਿਆਨਕ ਕਿਉਂ ਨਾ ਹੋਵੇ ਪਰ ਦਿਆਲੂ ਹੈ। ਉਹ ਸ਼ੀਸ਼ੇ ਸਾਹਮਣੇ ਆਪਣੇ ਵਾਲ ਸੰਵਾਰਨ ਲਈ ਬਹਿ ਗਈ। ਕਾਸ਼ ਉਹ ਆਪਣੇ ਪਿਤਾ ਨੂੰ ਦੇਖ ਸਕਦੀ ਅਤੇ ਉਸਨੂੰ ਇਹ ਪਤਾ ਲੱਗ ਜਾਂਦਾ ਕਿ ਉਹ ਬਿਲਕੁਲ ਸਹੀ ਸਲਾਮਤ ਹੈ। ਵੈਸੇ ਉਸਨੇ ਇਹ ਗੱਲ ਜ਼ੋਰ ਨਾਲ ਨਹੀਂ ਕਹੀ, ਪਰ ਅਚਾਨਕ ਸ਼ੀਸ਼ੇ ਵਿੱਚੋਂ ਉਸਦਾ ਅਕਸ ਗਾਇਬ ਹੋ ਗਿਆ ਅਤੇ ਉਸ ਵਿੱਚ ਸੁੰਦਰੀ ਨੂੰ ਆਪਣੀਆਂ ਦੋਵੇਂ ਭੈਣਾਂ ਦਿਖਾਈ ਦਿੱਤੀਆਂ। ਉਹ ਉਸਦੇ ਪਿਤਾ ਦੇ ਘਰ ਆਉਣ ਤੇ ਸਵਾਗਤ ਕਰ ਰਹੀਆਂ ਸਨ। ਸੁੰਦਰੀ ਬਾਰੇ ਦੁੱਖ ਵਾਲਾ ਸਮਾਚਾਰ ਸੁਣ ਕੇ ਉਹਨਾਂ ਨੂੰ ਧੱਕਾ ਲੱਗਿਆ ਹੋਵੇ, ਇਹੋ ਜਿਹਾ ਕੁਝ ਨਹੀਂ ਸੀ। ਦੋਵੇਂ ਭੈਣਾਂ ਸਮਾਚਾਰ ਸੁਣ ਕੇ ਖੁਸ਼ ਸਨ ਅਤੇ ਚੋਰੀ ਹੱਸ ਰਹੀਆਂ ਸਨ। ਅਗਲੇ ਹੀ ਪਲ ਇਹ ਦ੍ਰਿਸ਼ ਗਾਇਬ ਹੋ ਗਿਆ ਅਤੇ ਸੁੰਦਰੀ ਨੂੰ ਸ਼ੀਸ਼ੇ ਵਿੱਚ ਆਪਣਾ ਚਿਹਰਾ ਦਿਸਣ ਲੱਗਿਆ। ਇਹ ਕੋਈ ਜਾਦੂ ਹੀ ਹੋਵੇਗਾ, ਉਸਨੇ ਹਲਕਾ ਜਿਹਾ ਕੰਬਦੇ ਹੋਏ ਸੋਚਿਆ। ਮਹਿਲ ਦੀ ਹਰੇਕ ਚੀਜ਼ ਅਜੀਬੋ ਗਰੀਬ ਸੀ, ਜਿਵੇਂ ਕਿਸੇ ਨੇ ਕੋਈ ਜਾਦੂ ਮੰਤਰ ਫੂਕ ਦਿੱਤਾ ਹੋਵੇ। ਦਿਨ ਪਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਸਮਝਣਾ ਬੜਾ ਮੁਸ਼ਕਿਲ ਸੀ। ਉਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਦੈਂਤ ਉਸ ਦੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਸੁਖੀ ਬਣਾਉਣਾ ਚਾਹੁੰਦਾ ਸੀ। ਸੁੰਦਰੀ ਨੇ ਪੂਰੀ ਸਵੇਰ ਆਪਣੇ ਕਮਰੇ ਵਿੱਚ ਬਿਤਾਈ। ਉਸਨੇ ਕਿਤਾਬਾਂ ਪੜ੍ਹੀਆਂ ਅਤੇ ਵਾਦ ਯੰਤਰ ਵਜਾਇਆ। ਦੁਪਹਿਰ ਵੇਲੇ ਉਹ ਬਾਗ ਵਿੱਚ ਗਈ। ਉਸ ਨੂੰ ਬਾਗ ਵਿੱਚ ਦੈਂਤ ਨਾਲ ਦੁਬਾਰਾ ਮਿਲਣ ਦਾ ਡਰ ਸੀ। ਉਸ ਨੂੰ ਬਾਗ ਵਿੱਚ ਇੱਕ ਟੋਕਰੀ ਦਿਸੀ ਜਿਸ ਵਿੱਚ ਦਸਤਾਨੇ ਅਤੇ ਪੌਦਿਆਂ ਦੀ ਛਗਾਨੀ ਕਰਨ ਵਾਲੀ ਕੈਂਚੀ ਰੱਖੀ ਸੀ। ਸੁੰਦਰੀ ਨੇ ਦਸਤਾਨੇ ਪਾ ਕੇ ਗੁਲਾਬ ਦੇ ਪੌਦਿਆਂ ਦੀ ਛਗਾਨੀ ਕੀਤੀ। ਰਾਤ ਦੇ ਖਾਣੇ ਤੱਕ ਸੁੰਦਰੀ ਇਸ ਸੁਖਦਾਈ ਕੰਮ ਵਿੱਚ ਰੁੱਝੀ ਰਹੀ। ਥੱਕਣ ਦੇ ਬਾਵਜੂਦ ਉਸ ਨੂੰ ਭੁੱਖ ਲੱਗੀ ਅਤੇ ਉਹ ਅੰਦਰ ਦੇ ਵੱਡੇ ਹਾਲ ਵਿੱਚ ਚਲੀ ਗਈ। ਉੱਥੇ ਮੇਜ਼ ਤੇ ਖਾਣਾ ਪਿਆ ਸੀ। ਜਿਉਂ ਹੀ ਸੁੰਦਰੀ ਨੇ ਖਾਣਾ ਸ਼ੁਰੂ ਕੀਤਾ, ਇੱਕ ਧਮਾਕੇ ਦੀ ਆਵਾਜ਼ ਨਾਲ ਦੈਂਤ ਅੰਦਰ ਆਇਆ। ਕੀ ਮੈਂ ਇੱਥੇ ਬੈਠ ਕੇ ਤੇਰੇ ਨਾਲ ਕੁਝ ਗੱਲਾਂ ਕਰ ਸਕਦਾ ਹਾਂ? ਉਸਨੇ ਪੁੱਛਿਆ। ਨਹੀਂ, ਸੁੰਦਰੀ ਨੇ ਜਵਾਬ ਦਿੱਤਾ। ਉਹ ਲਗਾਤਾਰ ਆਪਣੀ ਥਾਲੀ ਵੱਲ ਦੇਖਦੀ ਰਹੀ। ਕੀ ਤੈਨੂੰ ਸੂਪ ਚੰਗਾ ਲੱਗਿਆ? ਉਸਨੇ ਪੁੱਛਿਆ। ਹਾਂ, ਸੂਪ ਬੜਾ ਹੀ ਸਵਾਦ ਸੀ, ਸੁੰਦਰੀ ਨੇ ਕਿਹਾ। ਦੈਂਤ ਨੇ ਲੰਬਾ ਹੋਕਾ ਲਿਆ। ਤੂੰ ਮੇਰੇ ਵੱਲ ਕਿਉਂ ਨਹੀਂ ਦੇਖਦੀ? ਕੀ ਇਸ ਲਈ ਕਿ ਮੈਂ ਬਹੁਤ ਬਦਸੂਰਤ ਹਾਂ? ਸੁੰਦਰੀ ਨੇ ਬੜੀ ਹਿੰਮਤ ਕਰਕੇ ਦੈਂਤ ਦੇ ਚਿਹਰੇ ਵੱਲ ਸਿੱਧਾ ਦੇਖਿਆ। ਇਹ ਸੱਚ ਹੈ ਕਿ ਤੁਹਾਡਾ ਚਿਹਰਾ ਦੇਖਣ ਵਿੱਚ ਬੜਾ ਭੱਦਾ ਹੈ, ਉਸਨੇ ਸਫਾਈ ਦਿੰਦਿਆਂ ਕਿਹਾ, ਪਰ ਤੁਹਾਡੀਆਂ ਪੂਰੀਆਂ ਅੱਖਾਂ ਬਹੁਤ ਪਿਆਰੀਆਂ ਹਨ। ਮੈਨੂੰ ਲੱਗਦਾ ਹੈ ਕਿ ਤੁਹਾਡਾ ਦਿਲ ਵੀ ਬਹੁਤ ਨਰਮ ਹੈ। ਦੈਂਤ ਨੇ ਆਪਣਾ ਸਿਰ ਹਿਲਾਇਆ। ਮੈਂ ਇੱਕ ਖੂਬਸੂਰਤ ਰਾਜਕੁਮਾਰ ਹੁੰਦਾ ਤਾਂ ਸ਼ਾਇਦ ਤੂੰ ਮੇਰੇ ਨਾਲ ਪਿਆਰ ਕਰਨ ਲੱਗਦੀ। ਸੁੰਦਰੀ ਨੂੰ ਉਸ ਤੇ ਤਰਸ ਆਉਣ ਲੱਗਿਆ ਅਤੇ ਉਸਨੇ ਕਾਹਲੀ ਨਾਲ ਕਿਹਾ, ਮੇਰੀ ਰਾਏ ਵਿੱਚ ਦਿਲ ਚੰਗਾ ਹੋਣਾ ਸੁੰਦਰ ਚਿਹਰੇ ਨਾਲੋਂ ਕਿਤੇ ਵੱਧ ਚੰਗਾ ਹੈ। ਕੀ ਤੂੰ ਸੱਚਮੁੱਚ ਅਜਿਹਾ ਸੋਚਦੀ ਏ? ਦੈਂਤ ਨੂੰ ਕੁਝ ਉਮੀਦ ਵੱਜਦੀ ਮਹਿਸੂਸ ਹੋਈ। ਤਾਂ ਫਿਰ ਕੀ ਤੂੰ ਮੇਰੇ ਨਾਲ ਸ਼ਾਦੀ ਕਰੇਗੀ? ਨਹੀਂ, ਸੁੰਦਰੀ ਇੱਕਦਮ ਸਹਿਮ ਗਈ।
ਨਹੀਂ, ਮੈਂ ਤੁਹਾਡੇ ਨਾਲ ਸ਼ਾਦੀ ਨਹੀਂ ਕਰ ਸਕਦੀ। ਤਾਂ ਫਿਰ ਮੈਂ ਤੇਰੇ ਤੋਂ ਰਾਤ ਲਈ ਵਿਦਾ ਲਊਂਗਾ। ਦੈਂਤ ਨੇ ਦੁਖੀ ਹੋ ਕੇ ਕਿਹਾ ਅਤੇ ਉੱਥੋਂ ਗਾਇਬ ਹੋ ਗਿਆ। ਥੋੜੇ ਦਿਨ ਤਾਂ ਹੌਲੀ ਲੰਘੇ, ਪਰ ਕੁਝ ਸਮੇਂ ਬਾਅਦ ਸੁੰਦਰੀ ਨੂੰ ਮਹੱਲ ਵਿੱਚ ਰਹਿਣ ਵਿੱਚ ਆਨੰਦ ਆਉਣ ਲੱਗਿਆ। ਉਸ ਨੂੰ ਕਿਤਾਬਾਂ ਪੜ੍ਹਨੀਆਂ, ਵਾਦ ਯੰਤਰ ਵਜਾਉਣਾ ਅਤੇ ਗੁਲਾਬ ਦੇ ਪੌਦਿਆਂ ਦੀ ਦੇਖਭਾਲ ਕਰਨਾ ਚੰਗਾ ਲੱਗਣ ਲੱਗਿਆ, ਪਰ ਸਭ ਨਾਲੋਂ ਵੱਧ ਮਜ਼ਾ ਉਸ ਨੂੰ ਸ਼ਾਮ ਸਮੇਂ ਦੈਂਤ ਨਾਲ ਗੱਲਾਂ ਕਰਨ ਵਿੱਚ ਆਉਂਦਾ ਸੀ। ਦੋਵੇਂ ਵੱਖੋ-ਵੱਖ ਵਿਸ਼ਿਆਂ ਤੇ ਚਰਚਾ ਕਰਦੇ, ਸੰਗੀਤ, ਸਾਹਿਤ, ਬਾਗਬਾਨੀ ਆਦਿ ਬਾਰੇ ਗੱਲਾਂ ਕਰਦੇ। ਸਮਾਂ ਗੁਜ਼ਰਨ ਦੇ ਨਾਲ ਉਹ ਦੈਂਤ ਨਾਲ ਪਿਆਰ ਕਰਨ ਲੱਗੀ। ਜਦੋਂ ਉਹ ਹਰੇਕ ਸ਼ਾਮ ਸੁੰਦਰੀ ਸਾਹਮਣੇ ਸ਼ਾਦੀ ਦਾ ਪ੍ਰਸਤਾਵ ਰੱਖਦਾ ਤਾਂ ਉਹ ਉਸ ਨੂੰ ਠੁਕਰਾ ਦਿੰਦੀ। ਉਹ ਉਸ ਨੂੰ ਇੱਕ ਮਿੱਤਰ ਦੇ ਰੂਪ ਵਿੱਚ ਚਾਹੁੰਦੀ ਸੀ, ਪਤੀ ਦੇ ਰੂਪ ਵਿੱਚ ਨਹੀਂ। ਇੱਕ ਸ਼ਾਮ ਦੈਂਤ ਨੇ ਕਿਹਾ, ਮੈਂ ਦੇਖਿਆ ਹੈ ਕਿ ਤੇਰੀਆਂ ਅੱਖਾਂ ਆਸਮਾਨ ਵਾਂਗ ਰੰਗ ਬਦਲਦੀਆਂ ਹਨ। ਵੈਸੇ ਤਾਂ ਉਹ ਖੁਸ਼ੀ ਨਾਲ ਨੀਲੀਆਂ ਹੁੰਦੀਆਂ ਹਨ, ਅੱਜ ਤੇਰੀਆਂ ਅੱਖਾਂ ਕਿਸੇ ਦੁੱਖ ਨਾਲ ਸਲੇਟੀ ਹਨ। ਮੈਨੂੰ ਦੱਸ ਸੁੰਦਰੀ, ਤੈਨੂੰ ਕਿਹੜਾ ਦੁੱਖ ਹੈ? ਅੱਜ ਮੈਂ ਜਾਦੂਈ ਸ਼ੀਸ਼ੇ ਵਿੱਚ ਆਪਣੇ ਪਿਤਾ ਨੂੰ ਦੇਖਿਆ। ਉਸਨੇ ਦੈਂਤ ਨੂੰ ਦੱਸਿਆ, ਉਹ ਮੇਰੇ ਬਾਰੇ ਇੰਨੇ ਫਿਕਰਮੰਦ ਹਨ ਕਿ ਉਹਨਾਂ ਦੀ ਸਿਹਤ ਬਹੁਤ ਖਰਾਬ ਹੋ ਗਈ ਹੈ ਅਤੇ ਉਹ ਬਿਮਾਰ ਹਨ। ਦੈਂਤ ਨੇ ਮੂੰਹ ਬਣਾਇਆ ਅਤੇ ਆਪਣਾ ਸਿਰ ਹਿਲਾਇਆ। ਜੇਕਰ ਤੂੰ ਮੈਨੂੰ ਛੱਡ ਕੇ ਚਲੀ ਜਾਏਗੀ ਤਾਂ ਕਦੀ ਮੁੜ ਕੇ ਨਹੀਂ ਆਏਂਗੀ। ਕਿਰਪਾ ਕਰਕੇ ਮੈਨੂੰ ਇੱਕ ਵਾਰ ਘਰ ਜਾਣ ਦਿਓ। ਸੁੰਦਰੀ ਨੇ ਪ੍ਰਾਰਥਨਾ ਕੀਤੀ, ਮੈਂ ਜ਼ਰੂਰ ਵਾਪਸ ਆਉਂਗੀ। ਮੈਂ ਵਾਅਦਾ ਕਰਦੀ ਹਾਂ। ਦੈਂਤ ਅਜੇ ਵੀ ਦੁਖੀ ਜਾਪ ਰਿਹਾ ਸੀ। ਅੰਤ ਵਿੱਚ ਉਸਨੇ ਕਿਹਾ, ਠੀਕ ਹੈ, ਤੂੰ ਕੱਲ ਚਲੀ ਤਾਂ ਜਾਵੀਂ, ਪਰ ਸਿਰਫ 7 ਦਿਨਾਂ ਲਈ। ਇਹ ਸੋਨੇ ਦੀ ਮੁੰਦਰੀ ਆਪਣੇ ਨਾਲ ਲੈਂਦੀ ਜਾ। ਜਦ 7 ਦਿਨ ਪੂਰੇ ਹੋ ਗਏ ਤਾਂ ਇਸ ਨੂੰ ਪਲੰਗ ਨੇੜਲੇ ਮੇਜ਼ ਤੇ ਰੱਖ ਦੇਵੀਂ। ਇਸ ਨਾਲ ਤੂੰ ਆਪਣੇ ਆਪ ਇੱਥੇ ਅਗਲੀ ਸਵੇਰ ਵਾਪਸ ਆ ਜਾਵੇਂਗੀ। ਜੇ ਤੂੰ ਆਪਣਾ ਵਾਅਦਾ ਤੋੜਿਆ ਤਾਂ ਮੈਂ ਤੇਰੇ ਗਮ ਵਿੱਚ ਮਰ ਜਾਵਾਂਗਾ। ਸੁੰਦਰੀ ਨੇ ਮੁੰਦਰੀ ਲਈ ਅਤੇ ਦੈਂਤ ਨੂੰ ਚੁੰਮ ਕੇ ਉਸ ਤੋਂ ਵਿਦਾ ਲਈ। ਅਗਲੀ ਸਵੇਰ ਜਦ ਉਹ ਉੱਠੀ ਤਾਂ ਉਸਨੇ ਆਪਣੇ ਆਪ ਨੂੰ ਆਪਣੇ ਘਰ ਵਿੱਚ ਖੁਦ ਦੇ ਪਲੰਗ ਤੇ ਲੰਮਾ ਪਿਆ ਦੇਖਿਆ। ਉਹ ਆਪਣੇ ਪਿਤਾ ਨੂੰ ਪੁਕਾਰਦੀ, ਦੌੜਦੀ ਹੋਈ ਉਸਦੇ ਕਮਰੇ ਵਿੱਚ ਗਈ। ਜਿਉਂ ਹੀ ਪਿਤਾ ਨੇ ਸੁੰਦਰੀ ਨੂੰ ਦੇਖਿਆ, ਉਹ ਬਿਮਾਰੀ ਦੇ ਬਾਵਜੂਦ ਪਲੰਗ ਤੋਂ ਉੱਠ ਖੜਾ ਹੋਇਆ ਅਤੇ ਖੁਸ਼ੀ ਨਾਲ ਚਿਲਾਉਣ ਲੱਗਿਆ। ਉਸ ਦੀਆਂ ਦੋਵੇਂ ਭੈਣਾਂ ਵੀ ਦੌੜ ਕੇ ਆਈਆਂ। ਸੁੰਦਰੀ ਨੂੰ ਦੇਖ ਕੇ ਭੈਣਾਂ ਖੁਸ਼ ਨਹੀਂ ਹੋਈਆਂ। ਤੂੰ ਇੱਥੇ ਕਿੰਨੇ ਦਿਨ ਰਹਿਣ ਲਈ ਆਈ ਹੈ? ਉਹਨਾਂ ਨੇ ਪੁੱਛਿਆ। ਅਤੇ ਹਾਂ, ਤੂੰ ਰਾਤ ਦੀ ਪੁਸ਼ਾਕ ਕਿਉਂ ਪਾਈ ਹੋਈ ਹੈ? ਸੁੰਦਰੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਕਿਸੇ ਜਾਦੂ ਕਾਰਨ ਇੰਨੀ ਛੇਤੀ ਘਰ ਪਹੁੰਚ ਗਈ। ਸੁੰਦਰੀ ਨੇ ਉਹਨਾਂ ਨੂੰ ਦੈਂਤ ਨਾਲ ਕੀਤਾ ਵਾਅਦਾ ਵੀ ਦੱਸਿਆ। ਉਸਨੇ ਮੈਨੂੰ 7 ਦਿਨ ਲਈ ਘਰ ਆਉਣ ਦੀ ਆਗਿਆ ਦਿੱਤੀ ਹੈ। ਉਸਨੇ ਕਿਹਾ, ਜੇਕਰ ਤੁਸੀਂ ਮੈਨੂੰ ਆਪਣੇ ਕੁਝ ਕੱਪੜੇ ਪਾਉਣ ਲਈ ਦੇ ਦਿਓ ਤਾਂ ਤੁਹਾਡਾ ਬੜਾ ਅਹਿਸਾਨ ਹੋਵੇਗਾ। ਦੋਵੇਂ ਭੈਣਾਂ ਨੇ ਕੱਪੜੇ ਦੇਣ ਤੋਂ ਨਾ ਕਰ ਦਿੱਤੀ। ਇਸ ਨਾਲ ਕੋਈ ਫਰਕ ਨਹੀਂ ਪਿਆ। ਜਿਉਂ ਹੀ ਸੁੰਦਰੀ ਆਪਣੇ ਕਮਰੇ ਵਿੱਚ ਗਈ, ਉੱਥੇ ਰਹੱਸਮਈ ਤਰੀਕੇ ਨਾਲ ਇੱਕ ਸੰਦੂਕ ਆ ਗਿਆ ਜਿਸ ਵਿੱਚ ਉਸਦੇ ਮਨਪਸੰਦ ਕੱਪੜੇ ਸਨ। ਸੱਚਮੁੱਚ ਦੈਂਤ ਬੜਾ ਦਿਆਲੂ ਹੈ, ਉਸਨੇ ਸੋਚਿਆ। 6 ਦਿਨਾਂ ਵਿੱਚ ਉਸਦੇ ਪਿਤਾ ਦੀ ਸਿਹਤ ਬਿਲਕੁਲ ਠੀਕ ਹੋ ਗਈ, ਪਰ ਉਸਦੀਆਂ ਦੋਵੇਂ ਭੈਣਾਂ ਸੁੰਦਰੀ ਦੀ ਚੰਗੀ ਕਿਸਮਤ ਅਤੇ ਕੀਮਤੀ ਕੱਪੜਿਆਂ ਤੋਂ ਬਹੁਤ ਸੜਨ ਲੱਗੀਆਂ ਸਨ ਅਤੇ ਉਹ ਉਸਨੂੰ ਨੀਵਾਂ ਦਿਖਾਉਣ ਲਈ ਇੱਕ ਸਾਜ਼ਿਸ਼ ਘੜਨ ਲੱਗੀਆਂ। ਜੇ ਉਸਨੂੰ ਮਹੱਲ ਵਿੱਚ ਪੁੱਜਣ ਵਿੱਚ ਦੇਰ ਹੋਈ ਤਾਂ ਦੈਂਤ ਸੁੰਦਰੀ ਤੇ ਬਹੁਤ ਗੁੱਸੇ ਹੋਵੇਗਾ। ਉਹਨਾਂ ਨੇ ਸੋਚਿਆ, ਜੇ ਸਾਡੀ ਕਿਸਮਤ ਚੰਗੀ ਹੋਈ ਤਾਂ ਸ਼ਾਇਦ ਉਹ ਸੁੰਦਰੀ ਨੂੰ ਮਾਰ ਹੀ ਸੁੱਟੇ। ਅਸੀਂ ਉਸਨੂੰ ਇੱਥੇ ਵੱਧ ਤੋਂ ਵੱਧ ਦਿਨਾਂ ਤੱਕ ਰੋਕਣ ਦੀ ਕੋਸ਼ਿਸ਼ ਕਰਾਂਗੀਆਂ। ਅਤੇ ਫਿਰ ਦੋਹਾਂ ਭੈਣਾਂ ਨੇ ਸੁੰਦਰੀ ਨਾਲ ਪਿਆਰ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੇ ਸੁੰਦਰੀ ਨੂੰ ਪਹਿਲਾਂ ਤਾਂ ਯਕੀਨ ਵੀ ਨਹੀਂ ਹੋਇਆ। ਸਾਡੀ ਪਿਆਰੀ, ਦੁਲਾਰੀ, ਛੋਟੀ ਭੈਣ, ਤੂੰ ਸਾਡੇ ਨਾਲ ਕੁਝ ਦਿਨ ਹੋਰ ਰਹੇ। ਉਹਨਾਂ ਨੇ ਸੁੰਦਰੀ ਨੂੰ ਬੇਨਤੀ ਕੀਤੀ, ਤੇਰੇ ਬਿਨਾਂ ਸਾਡੀ ਜ਼ਿੰਦਗੀ ਬਿਲਕੁਲ ਸੁੰਨੀ ਹੋ ਗਈ ਹੈ। ਸੁੰਦਰੀ ਇਸ ਨਾਲ ਸੋਚਾਂ ਵਿੱਚ ਪੈ ਗਈ। ਇੱਕ ਪਾਸੇ ਉਹ ਆਪਣੇ ਪਿਤਾ ਦੇ ਘਰ ਵਿੱਚ ਰਹਿਣਾ ਚਾਹੁੰਦੀ ਸੀ, ਪਰ ਦੂਜੇ ਪਾਸੇ ਉਹ ਮਹੱਲ ਵਿੱਚ ਵਾਪਸ ਜਾਣਾ ਚਾਹੁੰਦੀ ਸੀ। ਉਸ ਨੂੰ ਹੈਰਾਨੀ ਹੋਈ ਜਦ ਉਸ ਨੂੰ ਦੈਂਤ ਨਾਲ ਬਿਤਾਏ ਸੁਖਦ ਪਲ ਯਾਦ ਆਉਣ ਲੱਗੇ। ਖਾਣੇ ਦੇ ਬਾਅਦ ਹੀ ਗੱਪਸ਼ਪ ਅਤੇ ਉਸ ਦਾ ਦਿਆਲੂਪੁਣਾ। ਮੈਂ ਕੱਲ ਵਾਪਸ ਜਾਣਾ ਹੈ, ਉਸਨੇ ਕਿਹਾ। ਮੈਂ ਦੈਂਤ ਨਾਲ ਇਸ ਦਾ ਵਾਅਦਾ ਕੀਤਾ ਹੈ। ਇਹ ਸੁਣਦਿਆਂ ਹੀ ਦੋਹਾਂ ਭੈਣਾਂ ਨੇ ਉੱਚੀ ਰੋਣ ਦਾ ਨਾਟਕ ਕੀਤਾ। ਪਿਤਾ ਜੀ ਨੂੰ ਤੇਰੀ ਬੜੀ ਯਾਦ ਆਉਂਦੀ ਹੈ ਅਤੇ ਸਾਨੂੰ ਦੋਹਾਂ ਨੂੰ ਵੀ। ਕਿਰਪਾ ਕਰਕੇ ਸਾਨੂੰ ਛੱਡ ਕੇ ਨਾ ਜਾ। ਸੁੰਦਰੀ ਨੇ ਇੱਕ ਠੰਡਾ ਸਾਹ ਲਿਆ। ਕੁਝ ਦਿਨ ਹੋਰ ਰਹਿਣ ਨਾਲ ਲੱਗਦਾ ਹੈ ਕੋਈ ਖਾਸ ਨੁਕਸਾਨ ਨਹੀਂ ਹੋਵੇਗਾ। ਸੱਚਮੁੱਚ ਕੋਈ ਨੁਕਸਾਨ ਨਹੀਂ ਹੋਵੇਗਾ। ਉਸ ਦੀਆਂ ਦੋਹਾਂ ਭੈਣਾਂ ਨੇ ਇਹ ਕਹਿ ਕੇ ਆਪਣਾ ਕਰੂਰ ਹਾਸਾ ਹੱਥ ਦੇ ਪੱਖੇ ਪਿੱਛੇ ਲੁਕਾ ਲਿਆ। 10ਵੀਂ ਰਾਤ ਸੁੰਦਰੀ ਨੂੰ ਇੱਕ ਸੁਪਨਾ ਆਇਆ, ਜਿਵੇਂ ਉਹ ਮਹੱਲ ਵਿੱਚ ਗੁਲਾਬ ਦੇ ਬਾਗ ਵਿੱਚ ਪਹੁੰਚ ਗਈ ਹੋਵੇ। ਉੱਥੇ ਉਸਦੇ ਪੈਰਾਂ ਕੋਲ ਦੈਂਤ ਪਿਆ ਹੋਇਆ ਸੀ। ਇਉਂ ਲੱਗਦਾ ਸੀ ਜਿਵੇਂ ਉਹ ਆਪਣੇ ਆਖਰੀ ਸਾਹ ਲੈ ਰਿਹਾ ਹੋਵੇ। ਸੁਪਨੇ ਨੇ ਸੁੰਦਰੀ ਨੂੰ ਝੰਜੋੜ ਦਿੱਤਾ। ਉਹ ਫਟਾਫਟ ਉੱਠ ਕੇ ਬੈਠ ਗਈ। ਉਸਦਾ ਦਿਲ ਤੇਜ਼ ਧੜਕਣ ਲੱਗਾ। ਸ਼ੁਕਰ ਹੈ ਕਿ ਇਹ ਸਿਰਫ ਇੱਕ ਸੁਪਨਾ ਹੀ ਸੀ। ਉਹ ਖੁਸ਼ੀ ਨਾਲ ਚਿਲਾਈ, ਮੈਂ ਕੱਲ ਜ਼ਰੂਰ ਵਾਪਸ ਚਲੀ ਜਾਵਾਂਗੀ। ਉਸਨੇ ਆਪਣੀ ਮੁੰਦਰੀ ਲਾਹ ਕੇ ਪਲੰਗ ਕੋਲ ਪਏ ਮੇਜ਼ ਤੇ ਰੱਖ ਦਿੱਤੀ ਅਤੇ ਆਪਣੀਆਂ ਅੱਖਾਂ ਮੀਚ ਲਈਆਂ। ਕੁਝ ਹੀ ਮਿੰਟਾਂ ਵਿੱਚ ਉਹ ਡੂੰਘੀ ਨੀਂਦ ਸੌਂ ਗਈ। ਅਗਲੇ ਦਿਨ ਜਦ ਉਹਦੀ ਅੱਖ ਖੁੱਲੀ ਤਾਂ ਉਸਨੇ ਆਪਣੇ ਆਪ ਨੂੰ ਮਹੱਲ ਦੇ ਆਪਣੇ ਕਮਰੇ ਵਿੱਚ ਵਾਪਸ ਦੇਖਿਆ। ਉਸਦੇ ਕੋਲ ਹੀ ਉਸਦੇ ਕੱਪੜਿਆਂ ਦਾ ਸੰਦੂਕ ਪਿਆ ਸੀ। ਉਹ ਪਲੰਗ ਤੋਂ ਉਤਰੀ ਅਤੇ ਆਪਣੇ ਕੱਪੜੇ ਪਾ ਕੇ ਸ਼ਾਮ ਹੋਣ ਦੀ ਉਡੀਕ ਕਰਨ ਲੱਗੀ। ਉਹ ਛੇਤੀ ਤੋਂ ਛੇਤੀ ਦੈਂਤ ਨੂੰ ਮਿਲਣਾ ਚਾਹੁੰਦੀ ਸੀ ਅਤੇ ਉਸਦੀ ਸਿਹਤ ਬਾਰੇ ਜਾਣਨਾ ਚਾਹੁੰਦੀ ਸੀ। ਜਦੋਂ ਸ਼ਾਮ ਨੂੰ ਉਹ ਖਾਣਾ ਖਾਣ ਬੈਠੀ ਤਾਂ ਵੀ ਦੈਂਤ ਨਾ ਆਇਆ। ਸੁੰਦਰੀ ਨੂੰ ਇਸ ਵਿੱਚ ਕੁਝ ਖਤਰੇ ਦਾ ਸੰਕੇਤ ਦਿਸਿਆ ਅਤੇ ਉਹ ਪੂਰੇ ਮਹੱਲ ਵਿੱਚ ਦੈਂਤ ਨੂੰ ਹਾਕਾਂ ਮਾਰਦੀ ਹੋਈ ਦੌੜੀ। ਉਸ ਤੋਂ ਬਾਅਦ ਵੀ ਦੈਂਤ ਦਾ ਕੋਈ ਪਤਾ ਨਾ ਲੱਗਿਆ।
ਅੰਤ ਵਿੱਚ ਸੁੰਦਰੀ ਇੱਕ ਮਸ਼ਾਲ ਲੈ ਕੇ ਗੁਲਾਬ ਦੇ ਬਾਗ ਵਿੱਚ ਗਈ। ਜਿਵੇਂ ਉਸਨੇ ਸੁਪਨੇ ਵਿੱਚ ਦੇਖਿਆ ਸੀ, ਦੈਂਤ ਉੱਥੇ ਬਿਮਾਰ ਪਿਆ ਸੀ ਅਤੇ ਮਰਨ ਦੀ ਹਾਲਤ ਵਿੱਚ ਸੀ। ਉਸ ਦੇ ਕੋਲ ਜਾ ਕੇ ਸੁੰਦਰੀ ਗੋਡਿਆਂ ਭਾਰ ਬੈਠ ਗਈ। ਮੇਰੇ ਪਿਆਰੇ, ਕਿਰਪਾ ਕਰਕੇ ਆਪਣੇ ਪ੍ਰਾਣ ਨਾ ਛੱਡੋ। ਮੈਂ ਆਪਣਾ ਵਾਅਦਾ ਤੋੜਨ ਲਈ ਮੁਆਫੀ ਚਾਹੁੰਦੀ ਹਾਂ। ਜੇ ਮੈਨੂੰ ਇਹ ਪਤਾ ਹੁੰਦਾ ਕਿ ਮੇਰੇ ਨਾ ਹੋਣ ਨਾਲ ਇਹਨਾਂ ਅਨਰਥ ਹੋਵੇਗਾ ਤਾਂ ਮੈਂ ਤੁਰੰਤ ਵਾਪਸ ਆ ਜਾਂਦੀ। ਮੈਂ ਸੱਚ ਆਖ ਰਹੀ ਹਾਂ। ਕਮਜ਼ੋਰੀ ਦੀ ਹਾਲਤ ਵਿੱਚ ਦੈਂਤ ਨੇ ਆਪਣੀਆਂ ਭਾਰੀਆਂ ਅੱਖਾਂ ਨੂੰ ਖੋਲ੍ਹਿਆ ਅਤੇ ਸੁੰਦਰੀ ਵੱਲ ਦੇਖਿਆ। ਮੈਨੂੰ ਲੱਗਿਆ ਕਿ ਹੁਣ ਤੂੰ ਕਦੀ ਵਾਪਸ ਨਹੀਂ ਆਵੇਗੀ ਅਤੇ ਮੈਨੂੰ ਮੁੜ ਤੋਂ ਇਕੱਲਾ ਰਹਿਣਾ ਪਵੇਗਾ ਜਿਵੇਂ ਤੇਰੇ ਆਉਣ ਤੋਂ ਪਹਿਲਾਂ ਰਹਿੰਦਾ ਸੀ। ਮੇਰੇ ਤੋਂ ਇਹ ਸਹਿਣ ਨਹੀਂ ਹੋਇਆ। ਮੈਨੂੰ ਤੇਰੀ ਬੜੀ ਯਾਦ ਨੇ ਬੜਾ ਸਤਾਇਆ ਅਤੇ ਮੈਨੂੰ ਵੀ ਤੁਹਾਡੀ ਬਹੁਤ ਯਾਦ ਆਉਂਦੀ ਰਹੀ। ਸੁੰਦਰੀ ਨੇ ਰੋਂਦੇ ਰੋਂਦੇ ਕਿਹਾ, ਮੈਨੂੰ ਮੁਆਫ ਕਰ ਦਿਓ, ਮੈਂ ਨਾਦਾਨੀ ਵਿੱਚ ਬਹੁਤ ਵੱਡੀ ਗਲਤੀ ਕੀਤੀ ਹੈ। ਹੁਣ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਦੇਖਣ ਵਿੱਚ ਕਿਹੋ ਜਿਹੇ ਲੱਗਦੇ ਹੋ। ਮੈਨੂੰ ਤੁਹਾਡੀਆਂ ਪੂਰੀਆਂ ਅੱਖਾਂ ਅਤੇ ਦਿਆਲੂ ਦਿਲ ਨਾਲ ਪਿਆਰ ਹੈ ਅਤੇ ਮੈਂ ਤੁਹਾਡੇ ਨਾਲ ਸ਼ਾਦੀ ਕਰਕੇ ਸਾਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ। ਸੁੰਦਰੀ ਦੇ ਇਹਨਾਂ ਕਹਿਣ ਸਾਰ ਹੀ ਚਹੁੰ ਪਾਸੇ ਸ਼ਹਿਨਾਈਆਂ ਦਾ ਸੰਗੀਤ ਗੂੰਜਣ ਲੱਗਿਆ ਅਤੇ ਆਕਾਸ਼ ਆਤਿਸ਼ਬਾਜ਼ੀਆਂ ਦੇ ਸਿਤਾਰਿਆਂ ਨਾਲ ਚਮਕਣ ਲੱਗਿਆ। ਹੈਰਾਨ ਹੋ ਕੇ ਸੁੰਦਰੀ ਉਤਾਂਹ ਦੇਖਣ ਲੱਗੀ। ਜਦ ਉਸਨੇ ਆਪਣੀਆਂ ਅੱਖਾਂ ਮੁੜ ਧਰਤੀ ਤੇ ਮਾਰੀਆਂ ਤਾਂ ਉਸਨੇ ਉੱਥੋਂ ਦੈਂਤ ਨੂੰ ਗਾਇਬ ਦੇਖਿਆ। ਉਸ ਦੀ ਥਾਂ ਇੱਕ ਸੋਹਣਾ, ਸੁਨੱਖਾ ਨੌਜਵਾਨ ਸੀ। ਆਪਣੇ ਬਹੁ ਕੀਮਤੀ ਕੱਪੜਿਆਂ ਵਿੱਚ ਉਹ ਰਾਜਕੁਮਾਰ ਲੱਗ ਰਿਹਾ ਸੀ। ਤੁਸੀਂ ਕੌਣ ਹੋ? ਸੁੰਦਰੀ ਨੇ ਹਕਲਾਉਂਦੇ ਹੋਏ ਪੁੱਛਿਆ, ਅਤੇ ਮੇਰਾ ਪਿਆਰਾ ਦੈਂਤ ਕਿੱਥੇ ਹੈ? ਹੁਣ ਰਾਜਕੁਮਾਰ ਉੱਠ ਕੇ ਖੜ ਹੋ ਗਿਆ। ਮੈਂ ਹੀ ਤੇਰਾ ਦੈਂਤ ਹਾਂ, ਉਸਨੇ ਕਿਹਾ, ਪਰ ਹੁਣ ਤੂੰ ਮੈਨੂੰ ਅਸਲੀ ਰੂਪ ਵਿੱਚ ਦੇਖ ਰਹੀ ਹੈ। ਕੀ ਤੂੰ ਹੁਣ ਵੀ ਮੇਰੇ ਨਾਲ ਪਿਆਰ ਕਰਦੀ ਏ? ਸੁੰਦਰੀ ਹੱਕੀ ਬੱਕੀ ਰਹਿ ਗਈ। ਉਸਨੇ ਹੌਲੀ ਜਿਹੇ ਕਿਹਾ, ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ। ਇੱਕ ਦੁਸ਼ਟ ਜਾਦੂਗਰਨੀ ਨੇ ਮੇਰੇ ਤੇ ਜਾਦੂ ਕੀਤਾ ਸੀ। ਉਹ ਤਦੇ ਖਤਮ ਹੋਣਾ ਸੀ ਜਦੋਂ ਕੋਈ ਸੁੰਦਰ ਲੜਕੀ ਮੇਰੇ ਨਾਲ ਮਰਜ਼ੀ ਨਾਲ ਸ਼ਾਦੀ ਕਰਨ ਲਈ ਤਿਆਰ ਹੁੰਦੀ। ਰਾਜਕੁਮਾਰ ਨੇ ਸੁੰਦਰੀ ਨੂੰ ਉੱਠਣ ਵਿੱਚ ਮਦਦ ਕੀਤੀ। ਤੂੰ ਅਜੇ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਸੁੰਦਰੀ। ਕੀ ਤੂੰ ਮੈਨੂੰ ਹੁਣ ਵੀ ਪਿਆਰ ਕਰਦੀ ਏ? ਸੁੰਦਰੀ ਨੇ ਰਾਜਕੁਮਾਰ ਦੇ ਚਿਹਰੇ ਨੂੰ ਤੱਕਿਆ। ਵੈਸੇ ਉਹ ਬਹੁਤ ਸੋਹਣਾ ਸੀ। ਉਸ ਦੀਆਂ ਅੱਖਾਂ ਬਿਲਕੁਲ ਦੈਂਤ ਵਾਂਗ ਭੂਰੀਆਂ ਸਨ ਅਤੇ ਉਹਨਾਂ ਵਿੱਚ ਦਇਆ ਝਲਕ ਰਹੀ ਸੀ। ਹਾਂ, ਬਿਲਕੁਲ, ਸੁੰਦਰੀ ਨੇ ਸ਼ਰਮਾਉਂਦੇ ਹੋਏ ਕਿਹਾ, ਤੁਸੀਂ ਚਾਹੇ ਦੇਖਣ ਵਿੱਚ ਵੱਖਰੇ ਹੋ, ਪਰ ਮੈਂ ਮੰਨਦੀ ਹਾਂ ਕਿ ਤੁਸੀਂ ਉਹੀ ਇਨਸਾਨ ਹੋ ਜਿਸ ਨਾਲ ਮੈਂ ਪਿਆਰ ਕੀਤਾ ਸੀ। ਰਾਜਕੁਮਾਰ ਨੇ ਸੁੰਦਰੀ ਦਾ ਹੱਥ ਚੁੰਮਿਆ। ਚਲੋ, ਫਿਰ ਅਸੀਂ ਦੋਵੇਂ ਚੱਲ ਕੇ ਸ਼ਾਦੀ ਕਰੀਏ। ਅਤੇ ਉਸ ਦਿਨ ਤੋਂ ਸੁੰਦਰੀ ਦੀਆਂ ਅੱਖਾਂ ਦਾ ਰੰਗ ਸਦਾ ਲਈ ਨੀਲਾ ਬਣਿਆ ਰਿਹਾ। ਰਾਜਕੁਮਾਰ ਇਸ ਗੱਲ ਲਈ ਰਾਜ਼ੀ ਹੋ ਗਿਆ ਕਿ ਸੁੰਦਰੀ ਦੇ ਪਿਤਾ ਅਤੇ ਉਸ ਦੀਆਂ ਦੋਵੇਂ ਭੈਣਾਂ ਵੀ ਮਹੱਲ ਵਿੱਚ ਆ ਕੇ ਰਹਿਣ। ਇੱਕ ਦਿਨ ਦੋਹਾਂ ਭੈਣਾਂ ਨੂੰ ਉਹੀ ਜਾਦੂਗਰਨੀ ਮਿਲੀ ਜਿਸ ਨੇ ਰਾਜਕੁਮਾਰ ਤੇ ਜਾਦੂ ਕੀਤਾ ਸੀ। ਦੋਹਾਂ ਭੈਣਾਂ ਨੇ ਉਸ ਦੇ ਨਾਲ ਬੇਹੂਦਾ ਵਰਤਾਅ ਕੀਤਾ। ਕਮੀਨੀ ਲੜਕੀਓ, ਜਾਦੂਗਰਨੀ ਗਰਦੀ, ਤੁਹਾਡੇ ਦਿਲ ਤਾਂ ਪੱਥਰ ਦੇ ਹੀ ਹਨ, ਤੁਹਾਡਾ ਬਾਕੀ ਸਰੀਰ ਵੀ ਪੱਥਰ ਦਾ ਬਣ ਜਾਏ। ਅਤੇ ਆਪਣੀ ਜਾਦੂ ਦੀ ਸੋਟੀ ਘੁੰਮਾ ਕੇ ਉਸਨੇ ਦੋਹਾਂ ਭੈਣਾਂ ਨੂੰ ਦੋ ਵੱਡੀਆਂ ਪੱਥਰ ਦੀਆਂ ਮੂਰਤੀਆਂ ਵਿੱਚ ਬਦਲ ਦਿੱਤਾ। ਉਹ ਮੂਰਤੀਆਂ ਅਜੇ ਵੀ ਮਹੱਲ ਦੇ ਦਰਵਾਜ਼ੇ ਦੇ ਦੋਵੇਂ ਪਾਸੇ ਖੜੀਆਂ ਹਨ ਅਤੇ ਅਣਚਾਹੇ ਮਹਿਮਾਨਾਂ ਨੂੰ ਮਹੱਲ ਵਿੱਚ ਆਉਣ ਤੋਂ ਰੋਕਦੀਆਂ ਹਨ। ਸੁੰਦਰੀ ਅਤੇ ਰਾਜਕੁਮਾਰ ਨੇ ਉਸ ਦੇ ਬਾਅਦ ਹਮੇਸ਼ਾ ਦੇ ਲਈ ਖੁਸ਼ੀ ਜ਼ਿੰਦਗੀ ਬਿਤਾਈ ਕਿਉਂਕਿ ਉਹਨਾਂ ਦੋਹਾਂ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਸੱਚਾ ਪਿਆਰ ਸੀ।